ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। हर साल नवंबर के महीने में एंटी बुलिंग वीक मनाया जाता है। बेशक इस पूरे हफ्ते बुलिंग संबंधी जागरूकता फैलाने लई कई कदम चुके जाते हैं, पर सवाल यह उठता है कि बुलिंग इस हद तक क्यों पहुंची कि एंटी बुलिंग वीक मनाने की लोड़ पई अते इस अवेयरनेस तो बाद भी बुलिंग नहीं रुक सकी। इसे ते आधारित रहेगी साडी आज की यह खास पेशकश। हालांकि बुलिंग सिर्फ कैनेडा तक ही सीमित नहीं है, लेकिन जे असीं गल करिए कैनेडा के आंकड़ियां की तो हर साल कैनेडा के स्कूलों के बुलिंग के मामले दर्ज किए जाते हैं। हाल ही में हैमिल्टन में एक 14 साल बच्चे का बुलिंग करके कतल कर दिया गया। इस नाल ही टोरांटो के जून 21 को 12 साल बच्चे ने खुदकुशी कर ली सी। पेश है एक खास रिपोर्ट। ਸਕੂਲਾਂ ਦੇ ਵਿੱਚ ਬੁਲਿੰਗ ਨੂੰ ਰੋਕਣਾ ਅਧਿਆਪਕਾਂ, ਨੀਤੀ ਨਿਰਮਾਤਾਵਾਂ ਯਾਨੀ ਕਿ ਪਾਲਿਸੀ ਮੇਕਰਸ ਅਤੇ ਮਾਪਿਆਂ ਲਈ ਉੱਚ ਤਰਜੀਹ ਹੈ। ਪਰ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਅਤੇ ਸਕੂਲ ਦੇ ਵਿੱਚ ਸਿਹਤਮੰਦ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਬਰਦਸਤ ਅਪਮਾਨਜਨਕ ਵਿਵਹਾਰ ਦੇ ਇਸ ਗੁੰਝਲਦਾਰ ਰੂਪ ਦੀਆਂ ਕਈ ਗਤੀਵਿਧੀਆਂ ਨੂੰ ਸਮਝਣ ਦੀ ਬੇਹੱਦ ਜ਼ਰੂਰਤ ਹੈ। ਜੇ ਅੱਜ ਦੇ ਨੌਜਵਾਨਾਂ ਦੇ ਵਿੱਚ ਧੱਕੇਸ਼ਾਹੀ ਬਾਰੇ ਤੱਥਾਂ ਅਤੇ ਆંકੜਿਆਂ ਦੀ ਗੱਲ ਕਰੀਏ ਤੇ ਕੈਨੇਡਾ ਵਿੱਚ 2015 ਵਿੱਚ 140 ਮੇਲ ਸੁਸਾਈਡਸ ਅਤੇ 63 ਫੀਮੇਲ ਸੁਸਾਈਡ ਡੈਥਸ ਰਿਪੋਰਟ ਕੀਤੀਆਂ ਗਈਆਂ ਸਨ। ਅੰਕੜਿਆਂ ਮੁਤਾਬਕ 20 ਸਾਲ ਦੀ ਉਮਰ ਦੇ ਵਿੱਚ ਖਾਸ ਕਰਕੇ ਮੁੰਡਿਆਂ ਲਈ ਆਤਮ ਹੱਤਿਆ ਨਾਲ ਹੋਈਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਹੈ ਅਤੇ ਨੌਜਵਾਨਾਂ ਵੱਲੋਂ ਹੀ ਸਭ ਤੋਂ ਜ਼ਿਆਦਾ ਸੁਸਾਈਡ ਅਟੈਂਪਟਸ ਕੀਤੇ ਜਾਂਦੇ ਨੇ। ਇੰਨਾ ਹੀ ਨਹੀਂ, ਅੰਕੜੇ ਇਹ ਵੀ ਦੱਸਦੇ ਹਨ ਕਿ ਮੁੰਡੇ ਕੁੜੀਆਂ ਨਾਲੋਂ 2 ਤੋਂ 3 ਗੁਣਾ ਜ਼ਿਆਦਾ ਆਤਮ ਹੱਤਿਆ ਕਰਦੇ ਹਨ। ਸਕੂਲਸ ਦੇ ਵਿੱਚ ਸੁਸਾਈਡਸ ਦਾ ਇੱਕ ਕਾਰਨ ਬੁਲਿੰਗ ਹੁੰਦਾ ਹੈ। ਅੰਕੜਿਆਂ ਮੁਤਾਬਕ ਕੈਨੇਡਾ ਭਰ ਵਿੱਚ ਪਿਛਲੇ 13 ਸਾਲਾਂ ਦੌਰਾਨ 5800 ਕੈਨੇਡੀਅਨ ਬੱਚੇ ਅਤੇ ਨੌਜਵਾਨਾਂ ਦੀ ਸੁਸਾਈਡ ਦੇ ਨਾਲ ਮੌਤ ਹੋਈ ਹੈ। ਕੋਰੋਨਰ ਡਾਟਾ ਅਨੁਸਾਰ ਓਨਟਾਰੀਓ ਦੇ ਵਿੱਚ ਸਾਲ 2005 ਵਿੱਚ 146 ਬੱਚਿਆਂ ਨੇ ਸੁਸਾਈਡ ਕੀਤਾ ਅਤੇ 2016 ਦੇ ਵਿੱਚ ਇਹ ਗਿਣਤੀ ਵੱਧ ਕੇ 181 ਪਹੁੰਚ ਗਈ। ਪਿਛਲੇ ਕੁਝ ਮਹੀਨਿਆਂ ਦੌਰਾਨ ਓਨਟਾਰੀਓ ਦੇ ਸਕੂਲਸ ਵਿੱਚ ਬੁਲਿੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ। 7 ਅਕਤੂਬਰ ਨੂੰ ਹੈਮਿਲਟਨ ਦੇ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਬੁਲਿੰਗ ਕਾਰਨ ਇੱਕ 14 ਸਾਲਾਂ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। 14 ਸਾਲਾ ਡੇਵਨ ਸਿਲਵੀ ਨੂੰ ਉਸ ਦੀ ਮਾਂ ਦੇ ਸਾਹਮਣੇ ਉਸ ਦੇ ਸਕੂਲ ਦੇ ਬਾਹਰ ਚਾਕੂ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ ਸੀ। ਡੇਵਨ ਸਿਲਵੀ ਦੀ ਮਾਂ ਨੇ ਦੱਸਿਆ ਕਿ ਬੀਤੇ ਕਈ ਹਫ਼ਤਿਆਂ ਤੋਂ ਡੇਵਨ ਨੂੰ ਸਕੂਲ ਦੇ ਵਿੱਚ ਬੁਰੀ ਤਰ੍ਹਾਂ ਤੰਗ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ 12 ਸਾਲ ਦੇ ਬੱਚੇ ਦੀ ਆਤਮ ਹੱਤਿਆ ਕਾਰਨ ਹੋਈ ਮੌਤ ਤੋਂ ਬਾਅਦ ਟੋਰਾਂਟੋ ਦੀ ਇੱਕ ਮਾਂ ਦੁਰਬਾ ਮੁਖਰਜੀ ਸਕੂਲਾਂ ਦੇ ਵਿੱਚ ਹੋ ਰਹੀ ਬੁਲਿੰਗ ਨੂੰ ਲੈ ਕੇ ਸੂਬਾਈ ਜਾਂਚ ਦੀ ਮੰਗ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਉਸ ਦੇ ਬੱਚੇ ਦੀ ਆਤਮ ਹੱਤਿਆ ਦਾ ਕਾਰਨ ਬੁਲਿੰਗ ਹੋਵੇ। ਦੁਰਬਾ ਮੁਖਰਜੀ ਦੇ ਬੇਟੇ ਆਰਕਾ ਨੇ ਇਸ ਸਾਲ ਜੂਨ 21 ਨੂੰ ਆਤਮ ਹੱਤਿਆ ਕਰ ਲਈ ਸੀ। ਕੋਰੋਨਰ ਦੀ ਰਿਪੋਰਟ ਅਨੁਸਾਰ ਆਰਕਾ ਦੀ ਲਾਸ਼ ਟੋਰਾਂਟੋ ਦੀ ਇੱਕ ਅਪਾਰਟਮੈਂਟ ਬਿਲਡਿੰਗ ਦੇ ਥੱਲੇ ਝਾੜੀਆਂ ਦੇ ਵਿੱਚ ਮਿਲੀ ਸੀ। ਰਿਪੋਰਟ ਵਿੱਚ ਦਰਜ ਹੈ ਕਿ ਆਰਕਾ ਨੇ ਸ਼ਾਇਦ ਨਾਲ ਵਾਲੀ ਇੱਕ ਬਿਲਡਿੰਗ ਤੋਂ ਛਾਲ ਮਾਰ ਆਪਣੀ ਜਾਨ ਲੈ ਲਈ। Our hearts go out to Arka's family. It's just an unimaginable loss, and we're trying to support the family in any way we can. We do know that they've brought forward concerns, the family. We disagree with some of their allegations, but look, our number one concern is trying to support the family in every way we can, and we've tried to provide as much information as possible. In this specific case, we didn't find any specific bullying incidents or pattern of bullying that we were made aware of, but generally, we're just very sorry to hear what happened. ਆਰਕਾ ਦੀ ਮੌਤ ਦੇ 4 ਮਹੀਨਿਆਂ ਬਾਅਦ ਉਸ ਦੀ ਮੌਤ ਨੂੰ ਆਤਮ ਹੱਤਿਆ ਕਰਾਰ ਦਿੰਦਿਆਂ ਇਹ ਕੇਸ ਬੰਦ ਕਰ ਦਿੱਤਾ ਗਿਆ ਹੈ। ਦੁਰਬਾ ਮੁਖਰਜੀ ਦਾ ਕਹਿਣਾ ਹੈ ਕਿ ਉਹ ਇਹ ਸੋਚ ਕੇ ਪਰੇਸ਼ਾਨ ਹੈ ਕਿ ਆਰਕਾ ਨੇ ਇਹ ਕਦਮ ਕਿਉਂ ਚੁੱਕਿਆ। ਦੁਰਬਾ ਮੁਖਰਜੀ ਇੱਕ ਸਿੰਗਲ ਮਦਰ ਹੈ ਜੋ ਟੋਰਾਂਟੋ ਆਪਣੇ ਅਤੇ ਆਪਣੇ ਬੱਚੇ ਦੇ ਸੁਨਹਿਰੇ ਭਵਿੱਖ ਲਈ ਆਈ ਸੀ। ਉਸ ਨੂੰ ਹੁਣ ਲੱਗਦਾ ਹੈ ਕਿ ਉਹਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਅਤੇ ਉਹ ਆਪਣੇ ਬੱਚੇ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ।
ਦੁਰਬਾ ਮੁਖਰਜੀ ਦਾ ਕਹਿਣਾ ਹੈ ਕਿ ਆਰਕਾ ਇੱਕ ਚੰਗਾ ਵਿਦਿਆਰਥੀ ਸੀ ਜਿਸ ਨੂੰ ਸਕੂਲ ਦੇ ਵਿੱਚ ਤੰਗ ਕੀਤਾ ਜਾ ਰਿਹਾ ਸੀ। ਇੱਕ ਵਾਰੀ ਉਸ ਨੂੰ ਬੁਲਿੰਗ ਕਾਰਨ ਸੱਟਾਂ ਵੀ ਲੱਗੀਆਂ, ਜਿਸ ਬਾਰੇ ਦੁਰਬਾ ਮੁਖਰਜੀ ਨੇ ਸਕੂਲ ਦੇ ਵਿੱਚ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਆਰਕਾ ਦੀ ਮਾਂ ਦੁਰਬਾ ਮੁਖਰਜੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਬੇਟੇ ਦੀ ਮੌਤ ਦੀ ਜਾਂਚ ਕੀਤੀ ਜਾਵੇ ਤਾਂ ਕਿ ਬੁਲਿੰਗ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾ ਸਕਣ ਅਤੇ ਬੱਚੇ ਸਕੂਲ ਦੇ ਵਿੱਚ ਸੁਰੱਖਿਅਤ ਰਹਿ ਸਕਣ। ਬੁਲਿੰਗ ਦੇ ਮਾਮਲੇ ਸਿਰਫ ਓਨਟਾਰੀਓ ਜਾਂ ਕੈਨੇਡਾ ਤੱਕ ਹੀ ਸੀਮਿਤ ਨਹੀਂ, ਬਲਕਿ ਵੱਖ-ਵੱਖ ਦੇਸ਼ਾਂ ਤੋਂ ਨੌਜਵਾਨਾਂ ਦੇ ਬੁਲਿੰਗ ਕਾਰਨ ਡਿਪਰੈਸ਼ਨ ਦੇ ਵਿੱਚ ਹੋਣ ਜਾਂ ਸੁਸਾਈਡ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਬੀਤੇ ਦਿਨੀ ਅਜਿਹਾ ਹੀ ਇੱਕ ਕੇਸ ਮੈਨਚੈਸਟਰ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ 13 ਸਾਲਾ ਵਿਜੇ ਸਿੰਘ ਨੇ ਬੁਲਿੰਗ ਕਾਰਨ ਸੁਸਾਈਡ ਕਰ ਲਿਆ ਸੀ। ਪਰ ਜਾਂਦੇ ਜਾਂਦੇ ਇੱਕ ਅਜਿਹੀ ਕਵਿਤਾ ਛੱਡ ਕੇ ਗਿਆ ਜਿਸ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। Joining with us, Ontario's Education Minister Stephen Lecce and Minister of Youth Jill Dunlop. Hello and a very warm welcome to our show. Minister Lecce, I'll start with you. Looking at recent cases of bullying in schools, we know that 14-year-old Devin Sylvie from Hamilton died because of bullying. On June 21st, 12-year-old Arka Mukherjee died and his mother is requesting for provincial public inquiry. Looking at such cases, how you will fix bullying in schools? Well, bullying exists in all schools, in all communities. It transcends classrooms, and it is it's deeply disturbing to see how pervasive bullying is in the lives of young people. It was why, to your question about what we can do to help reduce it and help keep our kids safe, it's why, Minister Dunlop and I have been very excited to promote the health and physical education curriculum. That curriculum for the first time includes mental health as young as kindergarten. It includes elements that actually specifically counter bullying and cyberbullying online. It helps ensure young people are aware of victimization, the fact that young people are often bullied from other peers kids their age, but also sometimes and most disturbingly from adults. And I want to make sure that there's the resources in place, the mental health supports, the victim supports for these kids when it occurs. But most importantly, it's about preventing it. It's about ensuring that the guidelines that are in place in our schools are being upheld. And I want every school in Ontario and every director, every principal, every administrator to know that they have an obligation to keep our kids safe, to ensure that there's discipline when certain students bully others. And so we're going to continue to promote a positive culture to combat this. But I recognize that it is increasing at a rate that is unacceptable, that there's more that can be done, and I'm committing as Minister, along with my Cabinet colleagues, to doing more, to unveiling additional steps we're going to take so that no child feels so isolated that they have to either harm themselves or harm others. Yeah, absolutely, but as you also mentioned that bullying may have a very serious impact on students' learning, on students' safety, but why do school boards do not have anti-bullying panel? Well, boards are expected to implement a regulation that they have to have anti-bullying protocols in every board in Ontario. That is true today. But it's not just about having the protocol, it's about enforcing it. And my request of boards is that there's absolute enforcement and accountability for those students that bully others. For example, if bullying is based on color of skin or on orientation, if it's any race-based or discrimination, for example, those are automatic suspensions, and I have a zero tolerance for it. We've got to send a message of deterrence that if you're going to do this type of thing, you're going to be involved in that type of very disturbing behavior, that there's going to be consequences. But at the same time, it's about changing the culture of how young people think. In the health curriculum in grade 3, we talk about a section called respect. It's about highlighting that it's the differences that it could exist for people of colored skin
different experience, different orientation, different gender, different income. If they're new Canadians, if their grandparents have been here for 100 years, it doesn't matter that they all have individual dignity. And so we're trying to change that culture, and we're working with various ministries, including with Minister Dunlop, to really inspire young people to be part of the solution and for them to be allies when they see bullying, to call it out, to name it and to shame it. And I think we all have a role to play. I think, to be fair, it involves our parents in school and parents at home. You know, bullying doesn't exist just from 9 a.m. to 3 p.m. It happens all day, all year in all communities. And so we all have to play a role. The media, families, communities, governments, education partners, teachers, working together to keep our kids safe. Absolutely, there is cyberbullying as well. Minister, I would like to ask you, so how the schools or the colleges should address these issues? Well, it's interesting. I am a mother of 3 daughters, so my kids, been in the public school system, and it's just it's so terrifying for parents to have children who are being bullied. And in my role as a Minister of Women and Children's Issues, I've had the opportunity to meet with organizations like Big Brothers, Big Sisters, also the Boys and Girls Club, and they offer in-school mentoring programs. And like the Minister of Education said, having allies and having mentors out there and making that connection with some of the older students, the younger students, so they have someone to go to within the school system. So I think that's a great opportunity. I love what those organizations are doing, and it definitely, that work pays off in the schools too. ਸੋ ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇੱਕ ਖਾਸ ਪੇਸ਼ਕਸ਼ ਜਾਰੀ ਰਹੇਗੀ ਜਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼ ਆਧਾਰਿਤ ਹੈ ਸਕੂਲਾਂ ਦੇ ਵਿੱਚ ਵੱਧ ਰਹੇ ਬੁਲਿੰਗ ਕੇਸਿਸ ਸੰਬੰਧੀ। ਜੇ ਗੱਲ ਕਰੀਏ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਤੇ ਸਕੂਲ ਬੋਰਡ ਦੇ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਬੁਲਿੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸੇ ਸੰਬੰਧੀ ਅਸੀਂ ਖਾਸ ਗੱਲਬਾਤ ਕੀਤੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਸਪੋਕਸਪਰਸਨ ਰਾਇਨ ਬਰਟ ਦੇ ਨਾਲ। Hello Ryan, very warm welcome to our show. Ryan, we'll talk about bullying. Bullying is a very serious issue and it leads to suicide. We have seen a number of cases of bullying in TDSB. Tell me what the school board is doing, how the school board is reaching to students, counselors, parents to create awareness about bullying. So I think what we tell our students and our parents and guardians is we want to know about it. We have to do a better job at making sure that people know that there are caring adults in all of our schools. We have 582 schools, and each one of them has a caring adult that would be happy to speak to a student if they have concerns. So first, if a student is being bullied, we want to know about it. Tell a teacher, tell the principal, tell another trusted staff member at the school so that we can help support. If you see someone else being bullied, tell your teacher, tell a staff member so that we can help support. The other thing is if parents or guardians have concerns about their child, another child, let the school know so that we can try to help as best we can. We do know that sometimes students don't feel comfortable letting people know that there's bullying happen, and we're just trying to get the message out is that we get it. We don't want you to live in fear or anything like that. We want to know about it. So that's why we're trying our best to encourage everyone to come forward and talk to the school. ਬੁਲਿੰਗ ਅੱਜ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਸਿਰਫ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਹੀ ਨਹੀਂ ਬਲਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਵੀ ਹਰ ਸਾਲ ਬੁਲਿੰਗ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਸੇ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ PDSB ਐਜੂਕੇਟਰ ਪ੍ਰਭਜੋਤ ਢਿੱਲੋਂ ਦੇ ਨਾਲ। ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਤੁਸੀਂ ਪਿਛਲੇ ਕਈ ਸਾਲਾਂ ਤੋਂ PDSB ਦੇ ਨਾਲ ਕੰਮ ਕਰ ਰਹੇ ਹੋ ਔਰ ਅਸੀਂ ਦੇਖਦੇ ਹਾਂ ਕਿ ਬੁਲਿੰਗ ਅੱਜ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹਮੇਸ਼ਾ ਅਸੀਂ ਦੇਖਦੇ ਹਾਂ ਹਰ ਸਾਲ ਕਈ ਬੁਲਿੰਗ ਦੇ ਮਾਮਲੇ ਸਾਹਮਣੇ ਆਉਂਦੇ ਹਨ। ਹਰ ਸਾਲ ਐਂਟੀ ਬੁਲਿੰਗ ਵੀਕ ਵੀ ਚਲਾਇਆ ਜਾਂਦਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ। ਵੱਖ-ਵੱਖ ਸ਼ੋਜ਼ ਰਾਹੀਂ, ਵੱਖ-ਵੱਖ ਪ੍ਰੈਜੈਂਟੇਸ਼ਨਸ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ, ਪਰ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਬੁਲਿੰਗ ਨੂੰ ਰੋਕਿਆ ਨਹੀਂ ਜਾ ਸਕਿਆ। ਜਿਸ ਤਰ੍ਹਾਂ ਹਾਂ, ਇੱਕਦਮ ਤੁਹਾਡੀ ਗੱਲ ਸਹੀ ਹੈਗੀ ਹੈ। ਬੁਲਿੰਗ ਜਿਹੜੀ ਹੈ ਉਹ ਬਹੁਤ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇੰਨੇ ਬੱਚਿਆਂ ਦਾ ਨੁਕਸਾਨ ਹੋ ਰਿਹਾ, ਅਸੀਂ ਬਹੁਤ ਸੁਣਦੇ ਆ ਰਹੇ ਹਾਂ ਕਿ ਆਹ ਬੇਸਿਕਲੀ ਕੀ ਹੈਗੀ, ਇਹ ਇੱਕ ਚੋਇਸ ਹੈਗੀ ਹੈ, ਇਹ ਇੱਕ ਲਰਨਡ ਬਿਹੇਵੀਅਰ ਹੈਗਾ ਜਿਸ ਦੇ ਨਾਲ ਬੱਚਾ ਇਹ ਸੋਲਵ ਹੋ ਸਕਦੀ ਹੈ ਪ੍ਰੋਬਲਮ, ਬਟ ਇਸ ਦੇ ਤਰੀਕੇ ਹੈਗੇ ਨੇ ਇਸ ਨੂੰ ਸੋਲਵ ਕਰਨ ਦੇ। ਇਹ ਥੋੜ੍ਹਾ ਟਾਈਮ ਲੱਗਦਾ, ਇਹ ਸਭ ਦਾ ਐਫਰਟ ਚਾਹੀਦਾ ਇਸ ਦੇ ਅੰਦਰ। ਉਸ ਦੇ ਨਾਲ ਕੀ ਹੈ ਕਿ ਜਿੱਦਾਂ ਹੁਣ ਅੱਜ ਅਸੀਂ ਡਿਸਕਸ ਕਰਦੇ ਹਾਂ ਕਿ ਬੁਲਿੰਗ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਬੁਲਿੰਗ ਇੱਕ ਹੁੰਦੀ ਹੈ ਫਿਜ਼ੀਕਲ ਬੁਲਿੰਗ, ਜਿਸ ਦੇ ਨਾਲ ਉਹ ਜਿਹੜਾ ਬੁਲੀ ਕਰਨ ਵਾਲਾ ਹੁੰਦਾ ਹੈ ਜਾਂ ਕੋਈ ਇੱਕ ਗਰੁੱਪ ਬੁਲੀ ਕਰਨ ਵਾਲਾ ਹੁੰਦਾ ਹੈ, ਉਹ ਟਾਰਗੇਟ ਇਹੀ ਕਰਦਾ ਹੈ ਕਿ ਕਿਸ ਨੂੰ ਬੁਲੀ ਕੀਤਾ ਜਾ ਸਕਦਾ ਹੈ,
ਕਿ ਜਿਹੜਾ ਇੱਕਦਮ ਸਟੈਂਡ ਆਊਟ ਕਰਨ ਵਾਲਾ ਬੱਚਾ ਹੋਏਗਾ, ਕੌਨਫੀਡੈਂਟ ਬੱਚਾ ਹੋਏਗਾ, ਜਿਹੜਾ ਆਊਟਸਪੋਕਨ ਹੋਏਗਾ, ਉਸ ਨੂੰ ਹਿੰਮਤ ਨਹੀਂ ਕਰੇਗਾ। ਉਸ ਦੇ ਨਾਲ ਕੀ ਹੈ ਕਿ ਉਸ ਨੂੰ ਪਤਾ ਕਿ ਉਸ ਦੀ ਇਹ ਚੀਜ਼ ਪਤਾ ਲੱਗ ਜਾਣੀ ਹੈ ਛੇਤੀ। ਉਸ ਦੇ ਉਹਨੂੰ ਕੀ ਹੈ ਕਿ ਕਈ ਤਰ੍ਹਾਂ ਦਾ ਕੀ ਹੈ ਕਿ ਉਹਨੂੰ ਕਈ ਵਾਰੀ ਪੁਸ਼ ਕਰੇਗਾ, ਹਾਲ ਵਿੱਚ ਜਾਣ ਦਾ। ਸਕੂਲਾਂ 'ਚ ਬਹੁਤ ਬੁਲਿੰਗ ਹੋ ਰਹੀ ਹੈ। ਆ ਜਾਣ ਬੁੱਝ ਕੇ ਬੱਚੇ ਕੀ ਹੈ ਕਿ ਟਾਰਗੇਟ ਕਰਦੇ ਨੇ ਜਿਹੜਾ ਬੱਚਾ ਕੁਆਇਟ ਹੈਗਾ, ਜਿਹੜਾ ਬੱਚਾ ਬਹੁਤਾ ਐਕਸਪ੍ਰੈਸਿਵ ਨਹੀਂ ਹੈਗਾ। ਉਸ ਦੇ ਨਾਲ ਕੀ ਹੈ ਕਿ ਜਾਂਦਿਆਂ ਉਸ ਨੂੰ ਛੇੜਨਗੇ, ਉਹਨੂੰ ਟੀਜ਼ ਕਰਨਗੇ। ਇਟ ਕੈਨ ਬੀ ਐਨੀਥਿੰਗ, ਰੇਸ਼ੀਅਲ ਰਿਮਾਰਕਸ ਹੋ ਸਕਦੇ ਨੇ, ਕਮੈਂਟਸ ਹੋ ਸਕਦੇ ਨੇ। ਆ ਤੁਸੀਂ ਦੇਖ ਲਓ ਕਈ ਵਾਰੀ ਫਿਜ਼ੀਕਲ ਅਪੀਅਰੈਂਸ ਦੇ ਉੱਤੇ ਹੋ ਸਕਦੇ ਨੇ, ਜਾਂ ਉਹ ਬੱਚਾ ਕਈ ਵਾਰੀ ਬੁਲੀ। ਇਹ ਕੀ ਲੋਕੀ ਸੋਚਦੇ ਨੇ ਬੱਚੇ ਕਿ ਆ ਸਾਡੇ ਵਾਂਗ ਕੂਲ ਨਹੀਂ ਹੈਗਾ, ਆ ਸਾਡੇ 'ਚ ਫਿਟ ਇਨ ਨਹੀਂ ਹੁੰਦਾ। ਇਹ ਜਿਹੜੀ ਫਿਟ ਇਨ ਦੀ ਪ੍ਰੋਬਲਮ ਹੈਗੀ ਹੈ ਨਾ, ਇਹ ਜਦੋਂ ਬੱਚੇ ਨੂੰ ਇੱਕ ਕੌਨਫੀਡੈਂਸ ਸਿਖਾ ਦਿੱਤਾ ਜਾਏ, ਆ ਤੁਹਾਨੂੰ ਫਿਰ ਦੂਜਿਆਂ ਦੇ ਨਾਲ ਫਿਟ ਇਨ ਹੋਣ ਦੀ ਲੋੜ ਨਹੀਂ ਪੈਂਦੀ। ਰਾਈਟ, ਹੁਣ ਆ ਅੱਗੋਂ ਹੋਰ ਅਸੀਂ ਗੱਲ ਕਰਾਂਗੇ। ਇੱਕ ਹੋ ਗਈ ਫਿਜ਼ੀਕਲ ਬੁਲਿੰਗ, ਇੱਕ ਹੋ ਗਈ ਸਾਈਕੋਲੋਜੀਕਲ ਬੁਲਿੰਗ। ਸਾਈਕੋਲੋਜੀਕਲ ਬੁਲਿੰਗ ਦੇ ਜਿਹੜੇ ਹੈਗੇ ਨੇ, ਉਹ ਤੁਸੀਂ ਇੱਕਦਮ ਕਈ ਚੀਜ਼ਾਂ ਦੇ ਨਾਲ ਮਾਰ ਸਕਦੇ ਹੋ ਬੱਚੇ ਨੂੰ। ਉਸ ਦੀ ਪਰਸਨੈਲਿਟੀ ਡਾਊਨ ਕਰ ਸਕਦੇ ਹੋ, ਉਸ ਨੂੰ ਪੁੱਟ ਡਾਊਨ ਕਰ ਸਕਦੇ ਹੋ, ਇੱਕ ਉਹਦੇ ਬਾਰੇ ਰੂਮਰਸ ਫੈਲਾ ਸਕਦੇ ਹੋ। ਤੇ ਫੈਲਾਉਣ ਨਾਲ ਵੀ ਹੁੰਦਾ ਹੈਗਾ। ਜਾਂ ਤੁਸੀਂ ਉਸ ਦੇ ਬਾਰੇ ਬੁਰਾ ਮੈਸੇਜ ਕਨਵੇ ਕਰੋ ਦੂਜਿਆਂ ਨੂੰ, ਜਾਂ ਤੁਸੀਂ ਉਹਨਾਂ ਨੂੰ ਕਹੋ ਕਿ ਵੀ ਆਪਣੇ ਗਰੁੱਪ ਨੂੰ ਕਹੋ ਕਿ ਇਸ ਨੂੰ ਪਾਰਟ ਨਹੀਂ ਬਣਾਉਣਾ। ਅਗੇਨ ਰਾਈਟ, ਅੱਗੇ ਆ ਜਾਂਦਾ ਇੱਕ ਸਾਈਬਰ ਬੁਲਿੰਗ, ਜਿਸ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ, ਜਿੰਨੀ ਅਸੀਂ ਟੈਕਨੋਲੋਜੀ ਕਹਿੰਦੇ ਹਾਂ ਕਿ ਐਡਵਾਂਸ ਹੁੰਦੀ ਜਾ ਰਹੀ ਹੈ, ਉਸ ਦੇ ਨਾਲ ਆ ਸਾਈਬਰ ਬੁਲਿੰਗ ਵੀ ਵੱਧਦੀ ਜਾ ਰਹੀ ਹੈ। ਉਸ ਦੇ ਵਿੱਚ ਕੀ ਹੁੰਦਾ ਸਾਈਬਰ ਬੁਲਿੰਗ ਦੇ ਨਾਲ, ਆ ਤੁਹਾਨੂੰ ਮੈਸੇਜਿਸ, ਸਟ੍ਰੇਂਜਰ ਬਣ ਕੇ ਤੁਹਾਨੂੰ ਕੋਈ ਵੀ ਮੈਸੇਜਿਸ ਭੇਜੇਗਾ, ਟੈਕਸਟ ਮੈਸੇਜਿਸ ਭੇਜਣਗੇ, ਵੀਡੀਓਜ਼। ਇਟ ਕੈਨ ਬੀ ਫਰੋਮ ਸੋਸ਼ਲ ਮੀਡੀਆ, ਇਟ ਕੈਨ ਬੀ ਫਰੋਮ ਟਵਿੱਟਰ ਅਕਾਊਂਟ, ਕਈ ਤਰ੍ਹਾਂ ਦਾ ਹੋ ਸਕਦਾ ਇਸ ਦੇ ਨਾਲ। ਬਟ ਇਹਨਾਂ ਚੀਜ਼ਾਂ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੈ, ਉਹਨਾਂ ਦੀ ਆਪਾਂ ਗੱਲ ਕਰਾਂਗੇ। ਸਿੰਪਟਮਸ ਕੀ ਨੇ ਇਹਨਾਂ ਦੀਆਂ ਪ੍ਰੀਵੈਂਸ਼ਨਸ ਕੀ ਹੈਗੀਆਂ ਨੇ। ਤੇ ਜਿੱਦਾਂ ਹੁਣ ਅਸੀਂ ਕਵਾਂਗੇ ਕਿ ਇਸ ਨੂੰ ਰੋਕਿਆ ਕਿੱਦਾਂ ਜਾ ਸਕਦਾ ਹੈ, ਵੀ ਆਲ ਨੀਡ ਟੂ ਸਟੈਂਡ ਅਪ। ਇਟਸ ਨਾਟ ਕਿ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਦੇਖਦੇ ਰਹੀਏ, ਚੁੱਪ ਕਰਕੇ ਬੈਠੇ ਰਹੀਏ। ਤੁਸੀਂ ਸਭ ਤੋਂ ਪਹਿਲੇ ਚੀਜ਼ ਆਉਂਦੀ ਹੈ ਘਰ ਦੇ ਵਿੱਚੋਂ। ਅਸੀਂ ਬੱਚੇ ਨੂੰ ਜਦੋਂ ਬਾਹਰ ਸੁਸਾਇਟੀ 'ਚ ਅਸੀਂ ਭੇਜਦੇ ਹਾਂ, ਉਹਨਾਂ ਦੇ ਵਿੱਚ ਬੱਚੇ ਨੂੰ ਅਸੀਂ ਪ੍ਰੀਪੇਅਰ ਕਰਕੇ ਕਿੱਦਾਂ ਭੇਜ ਸਕਦੇ ਹਾਂ। ਬੁਲੀ ਕਰਨ ਵਾਲੇ ਨੂੰ ਤੇ ਆਪਣੀ ਫਰਸਟ੍ਰੇਸ਼ਨ ਵੀ ਹੋ ਸਕਦੀ ਹੈ। ਉਸ ਨੂੰ ਉਸਦੇ ਘਰ ਦੇ ਐਨਵਾਇਰਨਮੈਂਟ ਤੋਂ ਮੇਬੀ ਉਹ ਘਰ ਐਕਸਪ੍ਰੈਸ ਨਾ ਕਰ ਸਕਦਾ ਹੋਏ, ਘਰੋਂ ਉਸ ਨੂੰ ਬਹੁਤ ਜ਼ਿਆਦਾ ਵੀ ਸਟ੍ਰਿਕਟਨੈਸ ਹੋ ਰਹੀ ਹੋਏ, ਉਸਨੇ ਆਪਣਾ ਗੁੱਸਾ ਕੱਢਣ ਵਾਸਤੇ ਉਸਨੇ ਕਿਸੇ ਨੂੰ ਟਾਰਗੇਟ ਕਰਨਾ ਹੈ। ਜਦੋਂ ਉਹ ਇਹੋ ਜਿਹੇ ਅਸੀਂ ਦੇਖਦੇ ਹਾਂ ਕਿ ਉਹ ਫਿਰ ਬੱਚੇ ਨੂੰ ਕਿੱਦਾਂ ਅਸੀਂ ਟੀਚ ਕਰ ਸਕਦੇ ਹਾਂ, ਉਹ ਚੀਜ਼ਾਂ ਦੇਖਣ ਵਾਲੀਆਂ ਨੇ। ਸਭ ਤੋਂ ਵੱਡੀ ਗੱਲ ਕਮਿਊਨੀਕੇਸ਼ਨ ਦੀ। ਬੱਚੇ ਨੂੰ ਤੁਸੀਂ ਟੂ ਵੇਜ਼ ਕਮਿਊਨੀਕੇਸ਼ਨ ਹੁੰਦੀ ਹੈ, ਜਿਹਦੇ ਨਾਲ ਬੱਚਾ ਤੁਹਾਡੇ ਨਾਲ ਐਕਸਪ੍ਰੈਸ ਕਰ ਸਕੇ ਤੇ ਤੁਸੀਂ ਆਪਣਾ ਮੈਸੇਜ ਜਾਂ ਆਪਣੀ ਤੁਸੀਂ ਗੱਲ, ਦਿਲ ਦੀ ਗੱਲ ਕਰਨੀ ਹੈ, ਉਹਦੇ ਨਾਲ ਕਰਨੀ ਹੈ, ਉਹਦੇ ਨਾਲ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਕਰ ਸਕੋ। ਜਦੋਂ ਬੱਚੇ ਸਕੂਲੋਂ ਆਉਂਦੇ ਨੇ, ਉਹਨਾਂ ਨੂੰ ਜਦੋਂ ਤੁਸੀਂ ਪੁੱਛਦੇ ਹੋ ਕਿ ਕਿੱਦਾਂ ਦਾ ਦਿਨ ਰਿਹਾ ਸੀਗਾ, ਬੱਚਾ ਜਦੋਂ ਤੁਸੀਂ ਘਰ ਉਹਨਾਂ ਨੂੰ ਦੇਖਦੇ ਹੋ ਕਿ ਬੱਚਾ ਕੁਆਇਟ ਹੈਗਾ, ਬਹੁਤ ਬੱਚਾ ਆਪਣੇ ਆਪ ਨੂੰ ਅਲੂਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਘਰ ਅਲੱਗ ਰਹਿਣ ਤੋਂ ਸਭ ਤੋਂ ਕੋਸ਼ਿਸ਼ ਕਰ ਰਿਹਾ ਹੈ, ਉਹ ਜ਼ਿਆਦਾ ਵਿਚਰ ਮਿੰਗਲ ਨਹੀਂ ਕਰ ਰਿਹਾ ਕਿ ਦੂਸਰਿਆਂ ਦੇ ਨਾਲ। ਇੱਕ ਹੋਰ ਚੀਜ਼ ਦੇਖੋਗੇ, ਉਸ ਦੀ ਜਿਹੜੀ ਪਰਸਨੈਲਿਟੀ ਹੈ, ਉਸ ਦਾ ਮੂਡ ਸਵਿੰਗਸ ਉਸ ਨੂੰ ਬਹੁਤ ਜ਼ਿਆਦਾ ਹੋਣਗੇ, ਉਹ ਜ਼ਿਆਦਾ ਡਿਪਰੈਸ਼ਨ 'ਚ ਚਲਾ ਜਾਏਗਾ। ਜੀ, ਜਿਸ ਤਰ੍ਹਾਂ ਪ੍ਰਭਜੋਤ ਜੀ ਤੁਸੀਂ PDSB ਦੇ ਨਾਲ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹੋ, ਕੀ ਸਕੂਲ ਬੋਰਡਸ ਦੇ ਵਿੱਚ ਐਂਟੀ ਬੁਲਿੰਗ ਪੈਨਲ ਹੈਗਾ, ਜਾਂ ਕੋਈ ਐਸੀ ਵਰਕਸ਼ਾਪਸ ਲੱਗਦੀਆਂ ਨੇ, ਕੋਈ ਪ੍ਰੈਜੈਂਟੇਸ਼ਨਸ ਹੁੰਦੀਆਂ ਨੇ ਜਿਸ ਨਾਲ ਬੱਚੇ ਨੂੰ ਗਾਈਡ ਕੀਤਾ ਜਾਂਦਾ ਹੈ? ਰਾਈਟ, ਡੈਫੀਨੇਟਲੀ। ਅੱਜ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ, ਕੋਈ ਸਟਾਫ ਨੂੰ, ਟੀਚਰਸ ਨੂੰ ਕਿਸ ਤਰ੍ਹਾਂ ਪ੍ਰੀਪੇਅਰ ਕੀਤਾ ਜਾਂਦਾ ਹੈ। ਸਾਡੇ ਆਲ ਦਾ ਟਾਈਮ ਸਾਡੇ ਵਰਕਸ਼ਾਪ, ਸੈਮੀਨਾਰਸ ਆਉਂਦੇ ਰਹਿੰਦੇ ਹੈ ਸਾਡੀ ਪਰਸਨਲ ਡਿਵੈਲਪਮੈਂਟ ਦੇ ਵਾਸਤੇ। ਹੁਣ ਆਈ ਹੈਵ ਆਲਰੇਡੀ ਸਾਈਨਡ ਇਟ ਅਪ ਫॉर ਦ ਸਾਈਬਰ ਬੁਲਿੰਗ, ਜਿਹੜੀ ਬੁਲਿੰਗ ਹੁੰਦੀ ਹੈਗੀ ਹੈ, ਉਸ ਦੇ ਵਿੱਚ ਨਵੰਬਰ 5 ਨੂੰ ਵੀ ਆਰ ਗੋਇੰਗ, ਹੋਰ ਚੀਜ਼ਾਂ ਲਰਨ ਕਰਨ ਵਾਸਤੇ ਜਿਹੜੀਆਂ ਅੱਜ ਕੱਲ੍ਹ ਹੋਰ ਅਪ ਟੂ ਡੇਟ ਇਨਫੋਰਮੇਸ਼ਨ ਹੈਗੀ ਹੈ। ਇਸ ਤਰ੍ਹਾਂ ਕਈ ਚੀਜ਼ਾਂ ਹੈਗੀਆਂ ਨੇ, ਜਿਸ ਤਰ੍ਹਾਂ ਸਟ੍ਰੈਟੇਜੀਜ਼ ਹੈਗੀਆਂ ਨੇ, ਅਸੀਂ ਉਹ ਕਿਸ ਤਰ੍ਹਾਂ ਯੂਜ਼ ਕਰਦੇ ਹਾਂ। ਹੁਣ ਨਾਓ ਇਫ ਸਪੋਜ਼ ਐਨੀ ਚਾਈਲਡ ਕਮਸ ਟੂ ਮੀ, ਕਿ ਅਸੀਂ ਕੋਈ ਚੀਜ਼ ਦੇਖਦੇ ਹਾਂ ਕਲਾਸ ਦੇ ਅੰਦਰ ਕਿ ਕੋਈ ਬੱਚੇ ਨੇ ਆ ਵਰਡ ਸਹੀ ਨਹੀਂ ਬੋਲੇ, ਅਸੀਂ ਉਹ ਚੀਜ਼ ਆਬਜ਼ਰਵ ਕਰਦੇ ਹਾਂ ਕਿ ਬੁਲਿੰਗ, ਤੁਹਾਨੂੰ ਰਾਈਟ ਅਵੇ ਐਕਸ਼ਨ ਲੈ ਕੇ ਸਟਾਪ ਐਵਰੀਥਿੰਗ ਐਂਡ ਪੁੱਟ ਦੈਟ ਕੁਐਸਚਨ ਟੁਵਰਡ ਦ ਕਿਡਸ ਕਿ ਵੀ ਹੁਣ ਤੁਸੀਂ ਦੱਸੋ ਵਾਟ ਇਜ਼ ਰਾਈਟ, ਵਾਟ ਇਜ਼ ਰੋਂਗ। ਉਹ ਬੱਚੇ ਤੁਹਾਨੂੰ ਫਿਰ ਆਪ ਦੱਸਣਗੇ, ਸਾਰੀ ਕਲਾਸ ਦੇ ਅੰਦਰ ਓਪਨਲੀ ਡਿਸਕਸ ਕਰੋ ਤੁਸੀਂ। ਇੱਕ ਤੇ ਸਾਰੇ ਬੱਚਿਆਂ ਨੂੰ ਆ ਪਤਾ ਲੱਗ ਜਾਏਗਾ ਕਿ ਇਸ ਬੱਚੇ ਨੇ ਆ ਵਰਡਸ ਬੋਲੇ ਸੀਗੇ, ਰਾਈਟ। ਇੱਕ ਉਹ ਪਤਾ ਲੱਗ ਜਾਏਗਾ ਕਿ ਇੱਕ ਨੂੰ ਕਿਸ ਨੂੰ ਬੋਲੇ ਸੀਗੇ, ਸਾਰੇ ਫਿਰ ਉਸਦੀ ਸਪੋਰਟ ਵਿੱਚ ਵੀ ਆ ਜਾਂਦੇ ਆ। ਇੱਕ ਤੁਸੀਂ ਉਹ ਦੇਖਦੇ ਹੋ ਕਿ ਜਦੋਂ ਉਹ ਆਬਜ਼ਰਵ ਇਹ ਚੀਜ਼, ਫਿਰ ਮੇਬੀ ਇਟ ਹੈਪਨਸ ਮੋਸਟਲੀ ਬਸ ਜਦੋਂ ਬੱਚੇ ਸਕੂਲ ਘਰ ਆਉਂਦੇ ਨੇ, ਵਾਪਸ ਜਾਂਦੇ ਜਾਂ ਸਕੂਲ ਜਾਂਦੇ ਨੇ, ਤੇ ਜਾਂ ਫਿਰ ਰੀਸੈਸ ਟਾਈਮ ਤੇ, ਪਲੇ ਟਾਈਮ ਤੇ, ਹੈਪਨਸ ਇਨ ਦ ਹਾਲਵੇਜ਼ ਆਲਸੋ। ਕਈ ਚੀਜ਼ਾਂ ਤੇ ਅੰਦਰ ਬੱਚੇ ਐਨਕਾਊਂਟਰ ਕਰਦੇ ਨੇ, ਬੁਲਿੰਗ ਦੇ ਸ਼ਿਕਾਰ ਹੁੰਦੇ ਨੇ। ਪਰ ਜਦੋਂ ਓਪਨਲੀ ਡਿਸਕਸ਼ਨ ਹੋਏਗੀ, ਤੁਹਾਨੂੰ ਸਭ ਨੂੰ ਪਤਾ, ਬੱਚੇ ਉਸ ਨੂੰ ਵੀ ਪਤਾ ਲੱਗ ਜਾਏਗਾ ਕਿ ਨਾਓ ਐਵਰੀਬਡੀ ਨੋਸ ਇਫ ਆਈ ਵਿਲ ਡੂ ਥੀਸ ਥਿੰਗਸ ਅਗੇਨ, ਦੇ ਆਰ ਐਨੀਬਡੀ ਕੈਨ ਕੀਪ ਐਨ ਆਈ ਔਨ ਮੀ, ਐਨੀਬਡੀ ਕੈਨ ਟੈਲ ਦ ਟੀਚਰਸ ਟੂ। ਤੇ ਇਹ ਬੱਚਿਆਂ ਨੂੰ ਖੁਦ ਵੀ ਇਹ ਬੋਲਿਆ ਜਾ ਸਕਦਾ ਹੈ ਕਿ ਜਦੋਂ ਤੁਹਾਨੂੰ ਕੋਈ ਵੀ ਚੀਜ਼ ਤੁਹਾਨੂੰ ਲੱਗਦੀ ਹੈਗੀ ਹੈ ਕਿ ਤੁਹਾਨੂੰ ਕੋਈ ਹਰਟ ਕਰ ਰਹੀ ਹੈ ਕੋਈ ਚੀਜ਼, ਜਦੋਂ ਕਿਸੇ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਚੀਜ਼ ਟੱਚ ਕੀਤੀ ਜਾਏ ਕਿਸੇ ਨੂੰ, ਜਾਂ ਵਰਡਸ ਬੋਲੇ ਜਾਣ ਉਸ ਦੀ ਪਰਮਿਸ਼ਨ ਤੋਂ ਬਿਨਾਂ, ਜਾਂ ਉਸ ਨੂੰ
ਨਹੀਂ ਅੱਛੇ ਲੱਗੇ, ਦੈਟ ਇਜ਼ ਕਾਲਡ ਬੁਲਿੰਗ ਰਾਈਟ। ਇੱਕ ਹੁੰਦਾ ਆ ਟੱਚ ਕਿਸ ਤਰ੍ਹਾਂ ਦਾ ਵੀ, ਫਿਜ਼ੀਕਲ ਟੱਚ ਵੀ ਕਈ ਤਰ੍ਹਾਂ ਦੇ ਹੁੰਦੇ ਆ ਰਾਈਟ। ਇੱਕ ਸਪੋਰਟਸ ਟੱਚ ਡਿਫਰੈਂਟ ਟੱਚ ਹੈਗਾ, ਹੋਰ ਫਰੈਂਡਲੀ ਟੱਚ ਡਿਫਰੈਂਟ ਟੱਚ ਹੁੰਦਾ ਹੈਗਾ। ਇੱਕ ਜਿਹੜਾ ਬੁਲਿੰਗ ਦਾ ਹੋਰ ਟੱਚ ਹੈਗਾ ਆ, ਉਹ ਜੇ ਤੁਹਾਨੂੰ ਨਹੀਂ ਅੱਛਾ ਲੱਗਦਾ, ਯੂ ਨੀਡ ਟੂ ਟੈਲ ਇਟ ਟੂ ਐਨ ਐਡਲਟ ਜਾਂ ਟੀਚਰਸ ਦੇ ਨਾਲ ਤੁਸੀਂ ਇਮੀਡੀਏਟਲੀ ਗੱਲ ਕਰੋ। ਘਰ ਪੇਰੈਂਟਸ ਨੂੰ, ਬੱਚਿਆਂ ਨੂੰ ਵੀ ਇਹੀ ਚਾਹੀਦਾ ਕਿ ਘਰ ਪੇਰੈਂਟਸ ਨਾਲ ਗੱਲਾਂ ਜ਼ਰੂਰ ਕਰਨ ਘਰ ਜਾ ਕੇ। ਇਹ ਜਦੋਂ ਤੁਸੀਂ ਇਹ ਰਾਈਟ ਅਵੇ ਸਨਬ ਨਹੀਂ ਕਰ ਦਿੰਦੇ ਇਸ ਪ੍ਰੋਬਲਮ ਨੂੰ, ਨਹੀਂ ਤੇ ਅੱਗੇ ਲਿੰਗਰ ਔਨ ਹੋ ਜਾਏਗੀ ਤੇ ਆ ਫਿਰ ਵੱਡੀ ਪ੍ਰੋਬਲਮ ਸਮੱਸਿਆ ਬਣ ਜਾਏਗੀ। ਬਿਲਕੁਲ। ਐਂਡ ਆਈ ਥਿੰਕ 2012 ਦੇ ਵਿੱਚ ਅਸੀਂ ਦੇਖਿਆ ਸੀ ਜਿਹੜਾ ਅਮੈਂਡਾ ਟੌਡ ਦਾ ਕੇਸ ਸਾਹਮਣੇ ਆਇਆ ਸੀਗਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹਰ ਸਾਲ ਕੇਸਿਸ ਵੱਧ ਰਹੇ ਨੇ। ਇਸ ਸਾਲ ਦੀ ਵੀ ਜੇ ਅਸੀਂ ਗੱਲ ਕਰੀਏ, ਕੈਲਗਰੀ ਦੇ ਵਿੱਚ ਇੱਕ ਕੇਸ ਹੋਇਆ, ਉਸ ਤੋਂ ਬਾਅਦ ਹੈਮਿਲਟਨ ਦੇ ਵਿੱਚ ਇੱਕ ਕੇਸ ਹੋਇਆ ਜਿਸ ਵਿੱਚ ਉਹਦੀ ਬੱਚੇ ਦੀ ਮਾਂ ਦੇ ਸਾਹਮਣੇ ਹੀ ਉਸ ਬੱਚੇ ਨੂੰ ਬੁਲਿੰਗ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ। ਟੋਰਾਂਟੋ ਦੇ ਵਿੱਚ ਵੀ 12 ਸਾਲ ਦੇ ਬੱਚੇ ਨੇ ਸੁਸਾਈਡ ਕਰ ਲਿਆ। ਹਾਲਾਂਕਿ ਉਹਨੂੰ ਇਹ ਡਿਕਲੇਅਰ ਨਹੀਂ ਕੀਤਾ ਕਿ ਉਹ ਬੁਲਿੰਗ ਸੀਗੀ ਜਾਂ ਨਹੀਂ ਸੀਗੀ, ਲੇਕਿਨ ਬੱਚੇ ਨੇ ਸੁਸਾਈਡ ਕਰ ਲਿਆ। ਐਂਡ ਆਈ ਥਿੰਕ ਸੁਸਾਈਡ ਦਾ ਇੱਕ ਜਿਹੜਾ ਮੇਨ ਫੈਕਟਰ ਹੁੰਦਾ ਹੈ ਸਕੂਲ ਦੇ ਬੱਚੇ ਦਾ, ਉਹ ਕਿਤੇ ਨਾ ਕਿਤੇ ਇੱਕ ਬੁਲਿੰਗ ਹੀ ਹੁੰਦਾ ਹੈ। ਕਿ ਤੁਹਾਡੇ ਕੋਲ ਅੰਕੜੇ ਹੈਗੇ ਨੇ, ਜੇ ਅਸੀਂ 2019 ਦੀ ਗੱਲ ਕਰੀਏ ਤੇ ਕਿੰਨੇ ਬੁਲਿੰਗ ਕੇਸਿਸ ਹੁਣ ਤੱਕ ਸਾਹਮਣੇ ਆਏ ਨੇ? ਆ ਦੇਖ ਲਓ ਤੁਸੀਂ, ਜਿਹੜੇ 1 in 5 ਕੇਸਿਸ ਨੇ ਆ ਬੁਲਿੰਗ ਦੇ ਸ਼ਿਕਾਰ ਹੋ ਰਹੇ ਨੇ ਆ ਰਾਈਟ। ਹੁਣ ਰੀਸੈਂਟਲੀ ਇੱਕ ਹੋਰ ਬੱਚੇ ਦਾ ਸੁਣਿਆ ਸੀਗਾ ਫੀਲਡ ਬੋਰਡ ਦਾ ਕਿ 2-3 ਵੀਕਸ ਬਿਫੋਰ ਵਨ ਚਾਈਲਡ ਹੀ ਕਮਿਟਡ ਸੁਸਾਈਡ, ਬਟ ਉਹਦਾ ਰੀਜ਼ਨ ਅਜੇ ਨਹੀਂ ਪਤਾ ਲੱਗਾ। ਪਰ ਇਹ ਜੇ ਇੱਦਾਂ ਚੀਜ਼ਾਂ ਵੱਧਦੀਆਂ ਰਹੀਆਂ ਤੇ ਆ ਚੀਜ਼ ਨੂੰ ਅਸੀਂ ਫਿਰ ਸਟਾਪ ਨਹੀਂ ਕਰ ਪਾਵਾਂਗੇ ਰਾਈਟ। ਉਸ ਦੇ ਨਾਲ ਕਿੱਦਾਂ, ਜਿੱਦਾਂ ਹੁਣ ਅਸੀਂ ਦੇਖਦੇ ਹਾਂ ਕਿ 7% ਈਵਨ ਐਡਲਟਸ ਜਿਹੜੇ ਅਬਵ 18 ਨੇ, ਇੰਟਰਨੈਟ ਯੂਜ਼ਰਸ ਨੇ, ਉਹ ਸ਼ਿਕਾਰ ਹੋ ਰਹੇ ਨੇ ਬੁਲਿੰਗ ਦੇ। ਐਂਡ ਜਿੱਦਾਂ ਹੁਣ ਬੱਚਾ ਸਾਈਬਰ ਬੁਲਿੰਗ ਹੈਗੀ ਹੈ, ਉਹ ਪੇਰੈਂਟਸ ਕਿੱਦਾਂ ਹੈਲਪ ਕਰ ਸਕਦੇ ਨੇ? ਉਹ ਤੁਸੀਂ ਬੱਚੇ ਨਾਲ ਜਦੋਂ ਬੈਠਦੇ ਹੋ, ਉਹਨਾਂ ਨਾਲ ਡਿਸਕਸ ਕਰੋ ਕਿ ਆਹ ਚੀਜ਼ਾਂ ਹੈਗੀਆਂ ਨੇ, ਡੋਂਟ ਪੁੱਟ ਇਨਐਪਰੋਪ੍ਰੀਏਟ ਸਟਫ ਔਨ ਦਾ ਇੰਟਰਨੈਟ, ਸੋਸ਼ਲ ਮੀਡੀਆ ਦੇ ਉੱਪਰ ਨਾ ਪਾਓ। ਜੇ ਕੋਈ ਤੁਹਾਨੂੰ ਕੋਈ ਲੱਗਦਾ ਹੈਗਾ ਕਿ ਤੁਹਾਨੂੰ ਕੋਈ ਸਟ੍ਰੇਂਜਰ ਅਪਰੋਚ ਕਰ ਰਿਹਾ ਹੈ, ਯੂ ਨੀਡ ਟੂ ਇਮੀਡੀਏਟਲੀ ਰਾਈਟ ਅਵੇ ਟੈਲ ਇਟ ਟੂ ਐਨ ਐਡਲਟ ਜਾਂ ਕੋਈ ਪੇਰੈਂਟਸ ਨੂੰ ਗੱਲ ਕਰੋ। ਆਪਣੇ ਟੀਚਰਸ ਨਾਲ ਵੀ ਬੱਚੇ ਗੱਲ ਕਰ ਸਕਦੇ ਨੇ। ਇੱਕ ਹੋਰ ਚੀਜ਼ ਹੈ, ਆਪਣੀ ਇਨਫੋਰਮੇਸ਼ਨ, ਪਰਸਨਲ ਇਨਫੋਰਮੇਸ਼ਨ ਤੁਸੀਂ ਬਹੁਤੀ ਨਾ ਪਾਓ। ਉਸ ਦੇ ਨਾਲ ਜਿਹੜੇ ਹੈਗੇ ਨੇ ਸਾਈਬਰ ਬੁਲਿੰਗ ਚੱਲ ਰਹੀ ਹੈਗੀ ਹੈ, ਉਸ ਦੇ ਅੰਦਰ ਸਭ ਨੂੰ ਸਟ੍ਰੇਂਜਰਸ ਨੂੰ ਪਤਾ ਲੱਗਦਾ ਕਿ ਕਿਸ ਨੂੰ ਅਪਰੋਚ ਕਰਨਾ। ਜਿੰਨੀ ਤੁਸੀਂ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰੋਗੇ, ਉਸ ਦੇ ਨਾਲ ਉਹਨਾਂ ਤੁਸੀਂ ਹਿੱਟ ਜ਼ਿਆਦਾ ਹੁੰਦੇ ਹੋ, ਇਸ ਚੀਜ਼ ਦੇ ਸ਼ਿਕਾਰ ਹੁੰਦੇ ਹੋ ਤੁਸੀਂ ਰਾਈਟ। ਬਹੁਤ ਹੀ ਵਧੀਆ ਗੱਲ ਤੁਸੀਂ ਇਹ ਕਹੀਏ। ਬਿਲਕੁਲ ਸਵਾਲ ਸਾਡੇ ਕੋਲ ਬਹੁਤ ਨੇ ਪਰ ਸਮਾਂ ਨਹੀਂ ਹੈਗਾ। ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗੀ, ਐਜ਼ ਐਨ ਐਜੂਕੇਟਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਯੈਸ ਡੈਫੀਨੇਟਲੀ। ਮੈਂ ਸਭ ਤੋਂ ਪਹਿਲਾ ਮੈਸੇਜ ਮੈਂ ਆ ਦੇਣਾ ਚਾਹਾਂਗੀ ਪੇਰੈਂਟਸ ਨੂੰ ਸਪੈਸ਼ਲੀ, ਕਿ ਪਲੀਜ਼ ਕਮਿਊਨੀਕੇਟ ਵਿਦ ਯੂਰ ਚਿਲਡਰਨ। ਆ 2 ਵੇਜ਼ ਓਪਨ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਬੱਚਾ ਓਪਨਲੀ ਘਰ ਐਕਸਪ੍ਰੈਸ ਕਰ ਸਕੇ। ਪਰ ਜਦੋਂ ਤੁਸੀਂ ਆ ਦੇਖਦੇ ਹੋ ਕਿ ਬੱਚੇ ਦੇ ਵਿੱਚ ਕੁਝ ਚੇਂਜਿਸ ਆ ਰਹੀਆਂ ਨੇ, ਉਹਨੂੰ ਭੁੱਖ ਨਹੀਂ ਲੱਗ ਰਹੀ, ਉਸਨੂੰ ਸਲੀਪ ਦੀ ਪ੍ਰੋਬਲਮ ਹੋ ਰਹੀ ਹੈ, ਜਾਂ ਆਪਣੇ ਆਪ ਨੂੰ ਕੋਈ ਅਲੂਫ ਰੱਖ ਰਿਹਾ ਆਪਣੇ ਆਪ ਨੂੰ, ਤੇ ਪਲੀਜ਼ ਡਿਗ ਡੀਪ ਇਨਟੂ ਦੈਟ ਐਂਡ ਟਰਾਈ ਟੂ ਫਾਈਂਡ ਦਾ ਸੋਲੂਸ਼ਨ। ਟਾਕ ਟੂ ਦ ਟੀਚਰਸ, ਹੈਵ ਅ ਓਪਨ ਕਮਿਊਨੀਕੇਸ਼ਨ ਵਿਦ ਦ ਟੀਚਰਸ ਆਲਸੋ। ਸੋ ਇਸ ਦੇ ਨਾਲ ਜੇ ਤੁਸੀਂ ਓਪਨ ਕਮਿਊਨੀਕੇਸ਼ਨ ਰੱਖੋਗੇ ਤੇ ਅਸੀਂ ਇਸ ਸਮੱਸਿਆ ਤੋਂ ਇਸ ਨੂੰ ਕਾਬੂ ਪਾ ਸਕਦੇ ਹਾਂ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜਸਲੀਨ ਫॉर ਹੈਵਿੰਗ ਮੀ। ਬੁਲਿੰਗ ਸਿਰਫ ਸਕੂਲਾਂ ਦੇ ਵਿੱਚ ਹੀ ਨਹੀਂ ਹੈ, ਸਾਈਬਰ ਬੁਲਿੰਗ ਵੀ ਇੱਕ ਵੱਡੀ ਸਮੱਸਿਆ ਹੈ। ਜੇ ਤੁਸੀਂ ਜਾਂ ਫਿਰ ਤੁਹਾਡੇ ਆਸ-ਪਾਸ ਕੋਈ ਵੀ ਮੈਂਟਲ ਹੈਲਥ ਕ੍ਰਾਈਸਿਸ ਤੋਂ ਜੂਝ ਰਿਹਾ ਹੈ ਤੇ ਜ਼ਰੂਰ ਉਸ ਦੀ ਮਦਦ ਕਰੋ। ਮਦਦ ਲਈ ਸੁਵਿਧਾਵਾਂ ਉਪਲਬਧ ਹਨ, ਪਰ ਸਿਰਫ ਲੋੜ ਹੈ ਇਸ ਪ੍ਰਤੀ ਅੱਗੇ ਆ ਕੇ ਆਵਾਜ਼ ਉਠਾਉਣ ਦੀ। ਜੇ ਤੁਸੀਂ ਅੱਜ ਦੀ ਇਸ ਪੇਸ਼ਕਸ਼ ਸੰਬੰਧੀ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਲਿਖ ਕੇ ਜ਼ਰੂਰ ਭੇਜੋ feedback@ptcnetwork.com ਤੇ। ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।